ਡੀਅਰ ਸਟੂਡੈਂਟਸ, ਇਹ ਸੀ ਲਾਸਟ ਟਾਈਮ ਦਿੱਤਾ ਤੁਹਾਨੂੰ ਹੋਮਵਰਕ। ਵਾਕ ਬਣਾਓ। ਇਹ ਵਾਕ ਮੈਂ ਕੇਵਲ ਐਗਜ਼ਾਮਪਲ ਦੇ ਤੌਰ ਤੇ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਆਈ ਹੋਪ ਕਿ ਤੁਸੀਂ ਆਪਣੇ ਅਲੱਗ ਤੋਂ ਵਾਕ ਬਣਾਏ ਹੋਣ। ਵਾਕ ਬਣਾਓ ਦੇ ਨਾਲ ਨਾਲ ਸਟੂਡੈਂਟਸ ਮੈਂ ਤੁਹਾਨੂੰ ਨਾਂਵ ਦੀਆਂ ਕਿਸਮਾਂ ਵੀ ਲਿਖਣ ਲਈ ਦਿੱਤੀਆਂ ਸਨ। ठीक है, तुसी अपना होमवर्क ये नाव दी किस्मां जरूर मैच करनियां हैं स्टूडेंट्स। जेकर तुसी कोई किस्म गलत लिखी है तो तुसी उसनू करैक्ट जरूर करोगे। हुण टर्न है स्टूडेंट्स अज दे क्लास वर्क दी। राइट डाउन डेट, क्लास वर्क, चैप्टर नंबर, चैप्टर नेम। तीन स्टूडेंट्स असी तीन प्रश्न उत्तर स्टूडेंट्स असी पहला ही कर चुके हाँ। हुण अज कर रहे हाँ असी क्वेश्चन नंबर 4, क्वेश्चन नंबर 5 ते क्वेश्चन नंबर 6। इस दे नाल नाल स्टूडेंट्स अज असी इसे चैप्टर की एक्सरसाइज च दिता क्वेश्चन भी करांगे कि यह शब्द किसने किसनू कहे। ठीक है, ये शब्द जिहड़े वाक तुसी चंगी तरह पहला रीड करने हैं, फिर तुसी उसदे आंसर्स लिखने हैं। ये तीन हैं स्टूडेंट्स, ध्यान नाल तुसी चंगी तरह वाक पढ़ के समझ के फिर यही क्लास वर्क करोगे। डियर स्टूडेंट्स, अज होमवर्क च मैं तुहानू सैल्फ असैसमेंट टैसट दे रही हाँ। ठीक है, पहला मैं तुहानू 1 वर्ड क्वेश्चन आंसर्स दे रही हाँ, जिन्हां दे आंसर्स तुसी 1-2 वर्ड च ही लिखने हैं। ये स्टूडेंट्स जो तुहाडा सैल्फ असैसमेंट टैसट है ये तुहाडी चैप्टर नंबर 5 जो असी रीड कर चुके हाँ उसकी अंडरस्टैंडिंग बेस्ड है। ये चैप्टर तुसी जेकर तुहानू चंगी तरह समझ आया है, तुसी वीडियो चंगी तरह सुनी है तो तुसी चैप्टर रीड किया है, ਤਾਂ ਹੀ ਤੁਸੀਂ ਇਹ ਸੈਲਫ ਅਸੈਸਮੈਂਟ ਟੈਸਟ ਚੰਗੇ ਢੰਗ ਨਾਲ ਕਰ ਸਕਦੇ ਹੋ। ਇਸ ਲਈ ਤੁਸੀਂ ਇਹ ਚੈਪਟਰ ਦੁਬਾਰਾ ਤੋਂ ਚੰਗੀ ਤਰ੍ਹਾਂ ਰੀਡ ਕਰੋਗੇ, ਫਿਰ ਉਸ ਤੋਂ ਬਾਅਦ ਤੁਸੀਂ ਇਹ ਟੈਸਟ ਕਰਨਾ। ਟੋਟਲ 8 ਕੁਐਸਚਨ ਆਨਸਰਸ ਹਨ। ਇਸ ਤੋਂ ਬਾਅਦ ਸਟੂਡੈਂਟਸ ਮੈਂ ਤੁਹਾਨੂੰ ਇੱਕ ਕੁਐਸਚਨ ਦਿੱਤਾ ਹੈ, ਕਿਸਨੇ ਕਿਸਨੂੰ ਕਿਹਾ। ਬਹੁਤਾ ਗੁੱਸਾ ਨਾ ਕਰ, ਕੱਚੀ ਬੁੱਧ ਹੈ ਇਹਨਾਂ ਦੀ, ਆਪੇ ਸਮਝ ਜਾਣਗੇ ਵੱਡੇ ਹੋ ਕੇ। ਇਹ ਗੱਲ ਕਿਸਨੇ ਕਿਸਨੂੰ ਕਹੀ ਹੈ ਇਹ ਵੀ ਤੁਸੀਂ ਕਰਨੀ ਹੈ। डियर स्टूडेंट्स, असी अज का क्लास वर्क होमवर्क होमवर्क च मैं तुहानू सैल्फ असैसमेंट टैसट दिता है। अज का क्लास वर्क तुसी सैल्फ असैसमेंट टैसट करना है। इस दे नाल ही असी अपने सिलेबस का यूनिट 1 के सिलेबस का लास्ट चैप्टर भी रीडिंग लास्ट चैप्टर की रीडिंग असी अज स्टार्ट कर लेंदे हाँ। अज असी रीड कर रहे हाँ पाठ 6 बाबा बुड्ढा जी। ठीक है स्टूडेंट्स, बाबा बुड्ढा जी। बूढ़े ਨਾਂ ਦਾ ਇੱਕ ਬਾਲਕ ਗਊਆਂ ਚਰਾਉਂਦਾ ਫਿਰਦਾ ਸੀ। ਬਣਾ ਵਿੱਚ ਸਾਰਾ ਦਿਨ ਬਾਗੀਆਂ ਵਾਂਗ ਫਿਰਦਾ ਰਹਿੰਦਾ। ਤਕਾਲਾਂ ਪੈਂਦੀਆਂ ਤਾਂ ਵੱਗ ਨੂੰ ਹਿੱਕ ਕੇ ਕਰ ਲੈ ਜਾਂਦਾ। ਬੂढ़ा ਬੜਾ ਸੁਲਝਿਆ ਹੋਇਆ ਬਾਲਕ ਸੀ। ਸ਼ੁਰੂ ਤੋਂ ਹੀ ਡੂੰਘੀਆਂ ਸੋਚਾਂ ਸੋਚਦਾ ਸੀ। ਇੱਕ ਦਿਨ ਗਊਆਂ ਚਰਾਉਂਦੇ ਚਰਾਉਂਦੇ ਉਸਨੇ ਰਾਵੀ ਦੇ ਕਿਨਾਰੇ ਗੁਰੂ ਨਾਨਕ ਦੇਵ ਜੀ ਨੂੰ ਅੰਤਰ ਧਿਆਨ ਬੈਠਿਆਂ ਵੇਖਿਆ। ਗਊਆਂ ਚਰਾਉਂਦਾ ਕੜੀ ਮੁੜੀ उधर फेरा मारदा ते वेखदा कि एक महात्मा उस तरह अडोल समाधि लाई बैठे हैं, चेहरे उत्ते अनोखा नूर है। स्टूडेंट्स, इसनूं असी एक कहानी नहीं कहांगे क्योंकि ये बाबा बुड्ढा जी बारे, बाबा बुड्ढा जी एक खास शख्सियत सन, उन्हां दे जीवन बारे यह घटना है। ठीक है, ये सच्ची घटना है स्टूडेंट्स। बूढ़े ਨਾਂ ਦਾ बालक एक बच्चा हुंदा है स्टूडेंट्स, बालक हुंदा है, उसका नाम की सी बूढ़ा। ਇਹ ਬੱਚੇ ਦਾ ਨਾਂ ਸੀ ਸਟੂਡੈਂਟਸ। ਉਹ ਕੀ ਕਰਦਾ ਸੀ? ਉਹ ਗਊਆਂ ਚਰਾਉਂਦਾ ਸੀ। ਉਹ ਕੀ ਕੰਮ ਕਰਦਾ ਸੀ? ਉਹ ਗਊਆਂ ਚਰਾਉਣ ਦਾ ਕੰਮ ਕਰਦਾ ਸੀ। ਉਹ ਬਣਾ ਵਿੱਚ ਸਾਰਾ ਦਿਨ ਬਾਗੀਆਂ ਵਾਂਗ ਫਿਰਦਾ ਰਹਿੰਦਾ ਸੀ। ਬਣ ਸਟੂਡੈਂਟਸ ਜੰਗਲ ਨੂੰ ਕਹਿੰਦੇ ਹਨ ਤੇ ਬਾਗੀਆਂ ਵਾਂਗ ਵੀ ਅਵਾਰਾ ਇਸੇ ਤਰ੍ਹਾਂ ਬੇਪਰਵਾਹ ਹੋ ਕੇ, ਠੀਕ ਹੈ, ਉਹ ਜੰਗਲਾਂ ਵਿੱਚ ਸਾਰਾ ਦਿਨ ਬੇਪਰਵਾਹਾਂ ਵਾਂਗ ਘੁੰਮਦਾ ਰਹਿੰਦਾ ਸੀ। ਤੇ ਜਦੋਂ ਤਕਾਲਾਂ ਪੈਂਦੀਆਂ ਸਨ, ਮੀਨਸ ਸ਼ਾਮ ਹੋ ਜਾਂਦੀ ਸੀ, ਤਾਂ ਉਹ ਵੱਗ ਨੂੰ ਹਿੱਕ ਕੇ ਘਰ ਲੈ ਜਾਂਦਾ। ਵੱਗ ਸਟੂਡੈਂਟਸ ਗਊਆਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ। ਵੱਗ ਇਕੱਠਵਾਚਕ ਨਾਮ ਹੈ ਸਟੂਡੈਂਟਸ। ਗਊਆਂ ਦੇ ਇਕੱਠ ਨੂੰ ਵੱਗ ਕਹਿੰਦੇ ਹਨ। ਠੀਕ ਹੈ, ਤੇ ਜਦੋਂ ਸ਼ਾਮ ਹੁੰਦੀ ਸੀ ਤਾਂ ਉਹ ਵੱਗ ਨੂੰ ਹਿੱਕ ਕੇ ਘਰ ਲੈ ਜਾਂਦਾ ਸੀ। ਬੂढ़ा ਸਟੂਡੈਂਟਸ ਬਹੁਤ ਹੀ ਜ਼ਿਆਦਾ ਸੁਲਝਿਆ ਹੋਇਆ ਬਾਲਕ ਸੀ। ਸੁਲਝਿਆ ਹੋਇਆ ਮੀਨਸ ਬਹੁਤ ਹੀ ਸਮਝਦਾਰ ਸੀ। ਉਸ ਦੀ ਜਿਹੜੀ ਸੋਚ ਸੀ ਉਹ ਡੂੰਘੀ ਸੋਚ ਸੀ। ਉਹ ਡੂੰਘੀਆਂ ਸੋਚਾਂ ਰੱਖਦਾ ਸੀ। ਮੀਨਸ ਉਸਦੀ ਸੋਚ ਬੜੀ ਹੀ ਕਮਾਲ ਦੀ ਸੋਚ ਸੀ, ਉਸਦੀ ਵੱਡਿਆਂ ਵਰਗੀ ਸੋਚ ਦੀ ਉਸਦੀ। ਹਾਲਾਂਕਿ ਉਹ ਬੱਚਾ ਸੀ ਫਿਰ ਵੀ ਉਹ ਵੱਡਿਆਂ ਵਾਂਗ ਸੋਚਦਾ ਸੀ, ਡੂੰਘਾ ਸੋਚਦਾ ਸੀ। ਇੱਕ ਦਿਨ ਕੀ ਹੁੰਦਾ ਹੈ ਸਟੂਡੈਂਟਸ, ਉਹ ਗਊਆਂ ਚਰਾਉਂਦਾ ਚਰਾਉਂਦਾ ਕੀ ਦੇਖਦਾ ਹੈ ਕਿ ਰਾਵੀ ਨਦੀ ਦੇ ਕਿਨਾਰੇ ਗੁਰੂ ਨਾਨਕ ਦੇਵ ਜੀ
ਅੰਤਰ ਧਿਆਨ ਬੈਠੇ ਹਨ। ਮੀਨਸ ਗੁਰੂ ਨਾਨਕ ਦੇਵ ਜੀ ਧਿਆਨ ਲਗਾ ਕੇ ਬੈਠੇ ਹਨ। ਉਹ ਕੀ ਕਰਦਾ ਹੈ, ਗਊਆਂ ਚਰਾਉਂਦਾ ਚਰਾਉਂਦਾ ਘੜੀ ਮੁੜੀ ਮੀਨਸ ਥੋੜ੍ਹੀ ਥੋੜ੍ਹੀ ਦੇਰ ਬਾਅਦ ਉਹ ਉੱਧਰ ਫੇਰਾ ਮਾਰਦਾ ਰਹਿੰਦਾ ਸੀ, ਉੱਧਰ ਆਉਂਦਾ ਰਹਿੰਦਾ ਸੀ ਤੇ ਦੇਖਦਾ ਰਹਿੰਦਾ ਸੀ ਗੁਰੂ ਨਾਨਕ ਦੇਵ ਜੀ ਨੂੰ। ਫਿਰ ਉਹ ਕੀ ਸੋਚਦਾ ਹੈ ਕਿ ਇਹ ਮਹਾਤਮਾ ਤਾਂ ਅਡੋਲ ਸਮਾਧੀ ਲਗਾ ਕੇ ਬੈਠੇ ਹਨ। ਮੀਨਸ ਇਹਨਾਂ ਦਾ ਪੂਰਾ ਧਿਆਨ ਆਪਣੇ ਸਮਾਧੀ ਵੱਲ ਹੈ। ਮੀਨਸ ਉਹ ਪੂਰੀ ਨਾ ਉਹ ਹਿੱਲ ਰਹੇ ਹਨ ਨਾ ਉਹ ਡੁੱਲ ਰਹੇ ਹਨ, ਬਸ ਉਹ ਅਡੋਲ ਸਮਾਧੀ ਲਾਏ ਬੈਠੇ ਹਨ। ਠੀਕ ਹੈ, ਤੇ ਉਹਨਾਂ ਦੇ ਚਿਹਰੇ ਉੱਤੇ ਅਨੋਖਾ ਨੂਰ ਹੈ, ਅਨੋਖਾ ਪ੍ਰਕਾਸ਼ ਹੈ। ਕਿਸ ਦੇ ਚਿਹਰੇ ਉੱਤੇ ਸਟੂਡੈਂਟਸ? ਹਾਂਜੀ, ਗੁਰੂ ਨਾਨਕ ਦੇਵ ਜੀ ਦੇ ਚਿਹਰੇ ਉੱਤੇ। ਹਾਂਜੀ ਸਟੂਡੈਂਟਸ, ਹੁਣ ਦੱਸੋ ਕਿ ਬੁੜਾ ਨਾਂ ਦਾ ਬਾਲਕ ਕੀ ਕਰਦਾ ਸੀ? ਹਾਂਜੀ, ਉਹ ਗਊਆਂ ਚਰਾਉਂਦਾ ਸੀ। ਤੇ ਕਿਸ ਸਮੇਂ ਉਹ ਗਊਆਂ ਨੂੰ ਵਾਪਸ ਲੈ ਕੇ ਆਪਣੇ ਘਰ ਆ ਜਾਂਦਾ ਸੀ? ਸ਼ਾਮ ਵੇਲੇ। ਤੇ ਬੁੜੇ ਨਾਂ ਦਾ ਬਾਲਕ ਰਾਵੀ ਨਦੀ ਦੇ ਕਿਨਾਰੇ ਕਿਸ ਨੂੰ ਸਮਾਧੀ ਲਾਇਆ ਵੇਖਦਾ ਹੈ? ਹਾਂਜੀ, ਗੁਰੂ ਨਾਨਕ ਦੇਵ ਜੀ ਨੂੰ। ਅੱਗੇ ਰੀਡ ਕਰਦੇ ਹਾਂ ਸਟੂਡੈਂਟਸ। ਬੁੜੇ ਦੇ ਮਨ ਵਿੱਚ ਪਤਾ ਨਹੀਂ ਕੀ ਖਿਆਲ ਆਇਆ। ਉਹ ਨੇੜੇ ਹੀ ਖੂਹ ਵਿੱਚ ਉਤਰ ਕੇ ਪਾਣੀ ਦੀ ਇੱਕ ਟਿੰਡ ਖੋਲ ਕੇ ਲਿਆਇਆ। ਇੱਕ ਹੋਰ ਸਾਫ਼ ਟਿੰਡ ਵਿੱਚ ਗਾਂ ਦਾ ਦੁੱਧ ਚੋ ਲਿਆਇਆ ਤੇ ਦੋਹਾਂ ਟਿੰਡਾਂ ਨੂੰ ਗੁਰੂ ਜੀ ਅੱਗੇ ਰੱਖ ਕੇ ਚਰਨੀ ਢਹਿ ਪਿਆ। ਫਿਰ ਬੁੜੇ ਦੇ ਮਨ ਵਿੱਚ ਸਟੂਡੈਂਟਸ ਪਤਾ ਨਹੀਂ ਕੀ ਆਉਂਦਾ ਹੈ ਕਿ ਉਹ ਨੇੜੇ ਹੀ ਖੂਹ ਮਤਲਬ ਸਟੂਡੈਂਟਸ ਕੂਆਂ, ਠੀਕ ਹੈ, ਵੈਲ, ਕਿ ਉਹ ਨੇੜੇ ਹੀ ਖੂਹ ਵਿੱਚ ਉਤਰ ਕੇ ਪਾਣੀ ਦੀ ਇੱਕ ਟਿੰਡ ਖੋਲ ਕੇ ਲਿਆਂਦਾ ਹੈ। ਟਿੰਡ ਮੀਨਸ ਸਟੂਡੈਂਟਸ ਇੱਕ ਤਰ੍ਹਾਂ ਨਾਲ ਭਾਂਡਾ, ਤੁਸੀਂ ਸੋਚੋ ਭਾਂਡਾ ਮੀਨਸ ਬਰਤਨ, ਠੀਕ ਹੈ। ਤੇ ਉਹ ਇੱਕ ਬਰਤਨ ਵਿੱਚ ਪਾਣੀ ਲੈ ਕੇ ਆਂਦਾ ਹੈ ਤੇ ਇੱਕ ਹੋਰ ਬਰਤਨ ਵਿੱਚ, ਇੱਕ ਹੋਰ ਸਾਫ਼ ਟਿੰਡ ਵਿੱਚ ਕੀ ਕਰਦਾ ਹੈ, ਗਾਂ ਦਾ ਦੁੱਧ ਚੋ ਕੇ ਲਿਆਇਆ। ਮੀਨਸ ਗਾਂ ਦਾ ਦੁੱਧ ਉਹ ਲੈ ਕੇ ਆਂਦਾ ਹੈ, ਗਾਂ ਦੀ ਧਾਰ, ਜਿਵੇਂ ਕਹਿੰਦੇ ਹਾਂ ਕਿ ਗਾਂ ਦੀ ਧਾਰ ਕੱਢ ਕੇ ਉਹ ਦੁੱਧ ਗਾਂ ਦਾ ਦੁੱਧ ਉਹ ਕੱਢ ਕੇ ਚੋ ਕੇ ਲਿਆਉਂਦਾ ਹੈ। ਫਿਰ ਦੋਹਾਂ ਟਿੰਡਾਂ ਨੂੰ ਗੁਰੂ ਜੀ ਦੇ ਅੱਗੇ ਚਰਨੀ ਢਹਿ ਪਿਆ। ਫਿਰ ਉਹ ਦੋਹਾਂ ਟਿੰਡਾਂ ਨੂੰ ਸਟੂਡੈਂਟਸ ਗੁਰੂ ਜੀ ਦੇ ਚਰਨਾਂ ਵਿੱਚ, ਗੁਰੂ ਜੀ ਦੇ ਅੱਗੇ ਰੱਖ ਦਿੰਦਾ ਹੈ ਤੇ ਉਹਨਾਂ ਦੇ ਚਰਨਾਂ ਵਿੱਚ ਪੈ ਜਾਂਦਾ ਹੈ, ਉਹਨਾਂ ਦੇ ਚਰਨਾਂ ਵਿੱਚ ਪੈ ਜਾਂਦਾ ਹੈ। ਠੀਕ ਹੈ ਸਟੂਡੈਂਟਸ, ਹੁਣ ਦੱਸੋ ਕਿ ਬੁੜੇ ਨਾਂ ਦਾ ਬਾਲਕ ਦੋ ਟਿੰਡਾਂ ਵਿੱਚ, ਦੋ ਭਾਂਡਿਆਂ ਵਿੱਚ, ਬਰਤਨਾਂ ਵਿੱਚ ਕੀ ਲੈ ਕੇ ਆਇਆ ਸੀ? ਹਾਂਜੀ, ਇੱਕ ਟਿੰਡ ਵਿੱਚੋਂ ਲੈ ਕੇ ਆਇਆ ਸੀ ਪਾਣੀ ਤੇ ਦੂਜੀ ਟਿੰਡ ਵਿੱਚੋਂ ਲੈ ਕੇ ਆਇਆ ਸੀ ਦੁੱਧ। ਠੀਕ ਹੈ, ਅੱਗੇ ਗੁਰੂ ਜੀ ਮੁਸਕਰਾ ਕੇ ਪੁੱਛਣ ਲੱਗੇ, ਹੇ ਬਾਲਕ ਤੈਨੂੰ ਕੀ ਚਾਹੀਦਾ ਹੈ? ਬੜਾ ਉਦਾਸ ਦਿਸ ਰਿਹਾ ਹੈ। ਬੁੜਾ ਕਹਿਣ ਲੱਗਾ, ਗੁਰੂ ਜੀ ਮੈਨੂੰ ਸਾਰਾ ਵਕਤ ਮੌਤ ਦਾ ਡਰ ਰਹਿੰਦਾ ਹੈ, ਮੈਨੂੰ ਰਾਤ ਨੂੰ ਵੀ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ। ਗੁਰੂ ਜੀ ਕਹਿਣ ਲੱਗੇ, ਤੂੰ ਤੇ ਅਜੇ ਛੋਟਾ ਜਿਹਾ ਬਾਲਕ ਹੈ, ਤੂੰ ਇੰਨੀਆਂ ਵੱਡੀਆਂ ਵਾਲੀਆਂ ਗੱਲਾਂ ਕਰ ਰਿਹਾ ਹੈ, ਤੈਨੂੰ ਕਿਸਨੇ ਇਹੋ ਜਿਹਾ ਡਰ ਪਾਇਆ ਹੈ? ਫਿਰ ਗੁਰੂ ਜੀ ਸਟੂਡੈਂਟਸ ਮੁਸਕਰਾਉਂਦੇ ਹਨ ਤੇ ਉਹ ਪੁੱਛਦੇ ਹਨ ਬੁੜੇ ਤੋਂ ਕਿ ਹੇ ਬਾਲਕ ਤੈਨੂੰ ਕੀ ਚਾਹੀਦਾ ਹੈ, ਤੂੰ ਉਦਾਸ ਕਿਉਂ ਹੈ? ਫਿਰ ਬੁੜਾ ਅੱਗੋਂ ਬਾਲਕ, ਉਹ ਜਿਹੜਾ ਹੈ ਬੁੜੇ ਨਾਂ ਦਾ ਬਾਲਕ, ਕੀ ਜਵਾਬ ਦਿੰਦਾ ਹੈ ਕਿ ਗੁਰੂ ਜੀ ਮੈਨੂੰ ਤਾਂ ਸਾਰਾ ਵਕਤ ਮਤਲਬ ਸਮਾਂ, ਕਿ ਮੈਨੂੰ ਸਾਰਾ ਸਮਾਂ, ਮੈਨੂੰ ਹਰ ਸਮੇਂ ਮੌਤ ਦਾ ਹੀ ਡਰ ਰਹਿੰਦਾ ਹੈ ਕਿ ਮੈਨੂੰ ਰਾਤ ਨੂੰ ਵੀ ਨੀਂਦ ਨਹੀਂ ਆਉਂਦੀ ਚੰਗੀ ਤਰ੍ਹਾਂ। ਫਿਰ ਗੁਰੂ ਜੀ ਅੱਗੋਂ ਕੀ ਕਹਿੰਦੇ ਹਨ ਕਿ ਤੂੰ ਤਾਂ ਅਜੇ ਛੋਟਾ ਜਿਹਾ ਬੱਚਾ ਹੈ। ਸਟੂਡੈਂਟਸ, ਬੱਚਿਆਂ ਨੂੰ ਕਿਸੇ ਚੀਜ਼ ਦੀ ਚਿੰਤਾ ਨਹੀਂ ਹੁੰਦੀ ਕਿ ਤੂੰ ਤਾਂ ਹਾਲੇ ਬੱਚਾ ਹੈ, ਤੂੰ ਇੰਨੇ ਵੱਡੀਆਂ ਵਾਲੀਆਂ ਗੱਲਾਂ ਕਿਉਂ ਕਰ ਰਿਹਾ ਹੈ ਕਿ ਜਿਵੇਂ ਵੱਡੇ ਗੱਲਾਂ ਕਰਦੇ ਹਨ, ਤੂੰ ਤਾਂ ਉਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ। ਤੈਨੂੰ ਕਿਸਨੇ ਇਹੋ ਜਿਹਾ ਡਰ ਪਾਇਆ ਹੈ? ਕਿ ਮੌਤ ਦਾ ਡਰ, ਸਾਡੇ ਕਿਸੇ ਦੇ ਮਨ ਵਿੱਚ ਸਟੂਡੈਂਟਸ ਮੌਤ ਦਾ ਡਰ ਨਹੀਂ ਹੁੰਦਾ, ਪਰ ਉਸ ਬੱਚੇ ਦੇ ਮਨ ਵਿੱਚ ਹੈ। ਤਾਂ ਗੁਰੂ ਜੀ ਉਸ ਤੋਂ ਪੁੱਛਦੇ ਹਨ ਕਿ ਤੈਨੂੰ ਕਿਸਨੇ ਇਹੋ ਜਿਹਾ ਮੌਤ ਦਾ ਡਰ ਪਾ। ਅੱਗੇ ਸਟੂਡੈਂਟਸ ਇਹ ਸੁਣ ਕੇ ਬੁੜੇ ਨੇ ਸਾਰੀ ਗੱਲ ਸੁਣਾਈ ਤੇ ਕਹਿਣ ਲੱਗਾ, ਗੁਰੂ ਜੀ ਇੱਕ ਦਿਨ ਮੇਰੀ ਮਾਂ ਅੱਗ ਬਾਲ ਰਹੀ ਸੀ, ਪਹਿਲਾਂ ਉਸਨੇ ਛੋਟੀਆਂ ਲੱਕੜੀਆਂ ਲਾਈਆਂ ਤੇ ਫਿਰ ਵੱਡੀਆਂ, ਮੈਂ ਧਿਆਨ ਨਾਲ ਵੇਖਦਾ ਰਿਹਾ, ਪਹਿਲਾਂ ਛੋਟੀਆਂ ਲੱਕੜਾਂ ਬਲੀਆਂ ਤੇ ਫਿਰ ਪਿੱਛੋਂ ਵੱਡੀਆਂ ਨੂੰ ਅੱਗ ਲੱਗੀ। ਮੇਰੇ ਮਨ ਵਿੱਚ ਡਰ ਹੈ ਕਿ ਜਿਵੇਂ ਪਹਿਲਾਂ ਛੋਟੀ ਲੱਕੜ ਨੂੰ ਅੱਗ ਲੱਗ ਗਈ ਹੈ, ਇਸੇ ਤਰ੍ਹਾਂ ਮੈਂ ਵੀ ਛੋਟੀ ਉਮਰੇ ਹੀ ਨਾ ਮਰ ਜਾਵਾਂ। ਇੱਕ ਹੋਰ ਘਟਨਾ ਨੇ ਵੀ ਮੇਰੇ ਮਨ ਤੇ ਡੂੰਘਾ ਘਾਹ ਕੀਤਾ। ਕੁਝ ਚਿਰ ਹੋਇਆ ਹੀ ਇੱਕ ਦੁਸ਼ਮਣ ਦਾ ਦਲ ਆਇਆ, ਉਹਨਾਂ ਨੇ ਆਪਣੀਆਂ ਘੋੜੀਆਂ ਦੇ ਖਾਣ ਲਈ ਖੇਤ ਵਿੱਚੋਂ ਕੱਚੀ ਪੱਕੀ ਸਾਰੀ ਫਸਲ ਵੱਢ ਲਈ। ਸਾਰੇ ਵੇਖਦੇ ਹੀ ਰਹਿ ਗਏ, ਡਾਡਿਆਂ ਅੱਗੇ ਕਿਸੇ ਦੀ ਪੇਸ਼ ਨਹੀਂ ਗਈ। ਜੇ ਜਮ ਮੈਨੂੰ ਹੁਣੇ ਲੈਣ ਆ ਜਾਣ ਤਾਂ ਮੈਂ ਕੀ ਕਰ ਸਕਦਾ ਹਾਂ? ਸੋ ਇਹ ਸੋਚਦਾ ਹਾਂ ਕਿ ਕੋਈ ਐਸਾ ਕੰਮ ਕਰਾਂ ਜਿਸ ਨਾਲ ਮਨ ਸ਼ਾਂਤ ਰਹੇ। ਮੈਨੂੰ ਤੁਸੀਂ ਉੱਚੇ ਦਿਸਦੇ ਹੋ, ਮੈਨੂੰ ਵੀ ਆਪਣੀ ਸ਼ਰਨ ਵਿੱਚ ਲੈ ਲਵੋ। ਠੀਕ ਹੈ ਸਟੂਡੈਂਟਸ, ਇਹ ਗੱਲ ਸੁਣ ਕੇ ਗੁਰੂ ਜੀ ਜਦੋਂ
ਬਾਲਕ ਤੋਂ ਰੀਜ਼ਨ ਪੁੱਛਦੇ ਹਨ ਤਾਂ ਬੁੜੇ ਨਾਂ ਦਾ ਬਾਲਕ ਕੀ ਕਰਦਾ ਹੈ, ਉਹ ਕੀ ਕਹਿੰਦਾ ਹੈ ਗੁਰੂ ਜੀ ਨੂੰ ਕਿ ਗੁਰੂ ਜੀ ਇੱਕ ਦਿਨ ਮੇਰੀ ਮਾਂ ਅੱਗ ਬਾਲ ਰਹੀ ਸੀ। ਬਾਲਣਾ ਮੀਨਸ ਜਲਾਉਣਾ, ਕਿ ਇੱਕ ਦਿਨ ਮੇਰੀ ਮਾਂ ਅੱਗ ਜਲਾ ਰਹੀ ਸੀ। ਮੇਰੀ ਮਾਂ ਨੇ ਕੀ ਕੀਤਾ, ਮੇਰੀ ਮਾਂ ਨੇ ਛੋਟੀਆਂ ਲੱਕੜੀਆਂ ਵੀ ਲਗਾਈਆਂ ਤੇ ਵੱਡੀਆਂ ਲੱਕੜੀਆਂ ਵੀ ਚੁੱਲ੍ਹੇ ਵਿੱਚ ਲਗਾਈਆਂ, ਪਰ ਕੀ ਵੇਖਿਆ, ਮੈਂ ਕੌਣ ਸਟੂਡੈਂਟਸ, ਮੈਂ ਬੁੜੇ ਨਾਂ ਦੇ ਬਾਲਕ ਤੋਂ ਹੈ। ਬੁੜੇ ਨਾਂ ਦਾ ਬਾਲਕ ਕਹਿ ਰਿਹਾ ਹੈ ਕਿ ਮੈਂ ਦੇਖ ਰਿਹਾ ਸੀ ਗੁਰੂ ਜੀ ਧਿਆਨ ਨਾਲ ਛੋਟੀਆਂ ਲੱਕੜੀਆਂ ਜਿਹੜੀਆਂ ਹਨ ਉਹ ਪਹਿਲਾਂ ਬਲੀਆਂ, ਮੀਨਸ ਉਹਨਾਂ ਨੂੰ ਅੱਗ ਪਹਿਲਾਂ ਲੱਗੀ, ਤਾਂ ਇਸ ਲਈ ਮੈਂ ਸੋਚ ਰਿਹਾ ਹਾਂ ਕਿ ਜਿਸ ਤਰ੍ਹਾਂ ਛੋਟੀ ਲੱਕੜ ਨੂੰ ਅੱਗ ਪਹਿਲਾਂ ਲੱਗੀ ਹੈ ਉਸੇ ਤਰ੍ਹਾਂ ਮੈਂ ਵੀ ਕਦੇ ਛੋਟੀ ਉਮਰ ਵਿੱਚ ਪਹਿਲਾਂ ਹੀ ਨਾ ਮਰ ਜਾਵਾਂ। ਠੀਕ ਹੈ। ਤੇ ਦੂਜੀ ਘਟਨਾ ਉਹ ਬਾਲਕ ਕੀ ਸੁਣਾਉਂਦਾ ਹੈ ਕਿ ਇੱਕ ਹੋਰ ਘਟਨਾ ਨੇ ਮੇਰੇ ਮਨ ਤੇ ਡੂੰਘਾ ਘਾਅ ਕੀਤਾ ਹੈ। ਘਾਅ ਮੀਨਸ ਜ਼ਖਮ, ਕਿ ਇੱਕ ਹੋਰ ਘਟਨਾ ਨੇ ਮੇਰੇ ਮਨ ਤੇ ਇੱਕ ਡੂੰਘਾ ਗਹਿਰਾ ਜ਼ਖਮ ਕੀਤਾ ਹੈ। ਉਹ ਘਟਨਾ ਕੀ ਹੈ ਕਿ ਕੁਝ ਸਮਾਂ ਹੋਇਆ ਇੱਕ ਦੁਸ਼ਮਣ ਦਾ ਦਲ ਆਇਆ ਸੀ। ਦਲ ਮੀਨਸ ਗਰੁੱਪ, ਸਟੂਡੈਂਟ, ਸਮੂਹ, ਕਿ ਇੱਕ ਦੁਸ਼ਮਣ ਦਾ ਸਮੂਹ ਆਇਆ ਸੀ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਆਪਣੀਆਂ ਘੋੜੀਆਂ ਦੇ ਖਾਣ ਲਈ ਖੇਤ ਵਿੱਚੋਂ ਸਾਰੀ ਕੱਚੀ ਪੱਕੀ ਸਾਰੀ ਫਸਲ ਵੱਢ ਲਈ। ਠੀਕ ਹੈ। ਤੇ ਸਾਰੇ ਦੇਖਦੇ ਹੀ ਰਹਿ ਗਏ ਤੇ ਕਿਸੇ ਨੇ ਉਹਨਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਾਂ ਫਿਰ ਤੁਸੀਂ ਕਹਿ ਲਓ ਕਿਸੇ ਵਿੱਚ ਉਹਨਾਂ ਦਾ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਸੀ। ਡਾਡਿਆਂ ਅੱਗੇ ਕਿਸੇ ਦੀ ਪੇਸ਼ ਨਹੀਂ ਗਈ, ਮੀਨਸ ਉਹਨਾਂ ਅੱਗੇ ਕਿਸੇ ਦੀ ਪੇਸ਼ ਨਹੀਂ ਗਈ, ਕਿਸੇ ਦੀ ਨਹੀਂ ਚੱਲੀ। ਠੀਕ ਹੈ। ਤੇ ਬੁੜਾ ਕਹਿੰਦਾ ਹੈ ਕਿ ਜੇਕਰ ਇਸੇ ਤਰ੍ਹਾਂ ਜਮ ਮੀਨਸ ਯਮਰਾਜ, ਠੀਕ ਹੈ, ਜਿਨ੍ਹਾਂ ਨੂੰ ਮੌਤ ਦੇ ਦੂਤ ਕਿਹਾ ਜਾਂਦਾ ਹੈ। ਤੇ ਬੁੜਾ ਸਟੂਡੈਂਟਸ ਕਹਿੰਦਾ ਹੈ ਕਿ ਜੇਕਰ ਇਸੇ ਤਰ੍ਹਾਂ ਯਮਦੂਤ ਜਾਂ ਜਮ ਮੈਨੂੰ ਲੈਣ ਆ ਗਏ, ਠੀਕ ਹੈ, ਤਾਂ ਮੈਂ ਕੀ ਕਰਾਂਗਾ, ਮੇਰੀ ਉਹਨਾਂ ਦੇ ਅੱਗੇ ਕੋਈ ਪੇਸ਼ ਨਹੀਂ ਚਲੇਗੀ। ਸਟੂਡੈਂਟਸ ਫਿਰ ਇਸੇ ਤਰ੍ਹਾਂ ਉਹ ਬਾਲਕ ਕਹਿੰਦਾ ਹੈ ਕਿ ਗੁਰੂ ਜੀ ਮੈਨੂੰ ਕੁਝ ਐਸਾ ਕੰਮ ਦੱਸੋ ਕਿ ਜਿਸ ਨਾਲ ਮੇਰਾ ਮਨ ਸ਼ਾਂਤ ਰਹੇ। ਠੀਕ ਹੈ। ਮੈਨੂੰ ਤੁਸੀਂ ਉੱਚੇ ਦਿਸੇ ਹੋ, ਮੈਨੂੰ ਲੱਗਦਾ ਹੈ ਕਿ ਤੁਸੀਂ ਉੱਚੀ ਸ਼ਖਸੀਅਤ ਦੇ ਮਾਲਕ ਹੋ, ਇਸੇ ਲਈ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਡੀਅਰ ਸਟੂਡੈਂਟਸ, ਅੱਜ ਅਸੀਂ ਇੱਥੋਂ ਤੱਕ ਹੀ ਚੈਪਟਰ ਰੀਡ ਕਰਨਾ ਹੈ, ਬਾਕੀ ਚੈਪਟਰ ਦੀ ਰੀਡਿੰਗ ਅਸੀਂ ਨੈਕਸਟ ਡੇ ਕਰਾਂਗੇ। ਓਕੇ ਸਟੂਡੈਂਟਸ, ਬਾਏ।